ਹੈਲੋ ਮਾਈ ਸ਼ਾਈਨਿੰਗ ਸਟਾਰਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਹਾਂ ਸ਼੍ਰੇਣੀ 10ਵੀਂ ਸੋਸ਼ਲ ਸਟੱਡੀਜ਼ ਦਾ ਜੀਓਗ੍ਰਾਫੀ ਪਾਰਟ ਵਿੱਚੋਂ ਚੈਪਟਰ ਫਸਟ ਭਾਰਤ ਇੱਕ ਜਾਣ ਪਛਾਣ। ਹਾਂਜੀ, ਹੁਣ ਅਸੀਂ ਸਭ ਤੋਂ ਪਹਿਲਾਂ ਇਸ ਦੇ ਇੱਕ ਸ਼ਬਦ ਜਾਂ ਇੱਕ ਵਾਕ ਵਾਲੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ। ਸਾਡੇ ਕੋਲ ਫਸਟ ਕੁਐਸਚਨ ਹੈ, ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ 'ਤੇ ਆਧਾਰਿਤ ਹੈ। ਹਾਂਜੀ, ਹੁਣ ਅਸੀਂ ਇਸ ਦਾ ਉੱਤਰ ਪੜ੍ਹਾਂਗੇ। ਭਾਰਤ ਦਾ ਆਧੁਨਿਕ ਨਾਮ ਇੰਡੀਆ ਸਿੰਧੂ ਨਦੀ ਤੋਂ ਪਿਆ। ਕੁਐਸਚਨ ਦੂਸਰਾ, ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ। ਹਾਂਜੀ, ਸਾਡੇ ਕੋਲ ਆਨਸਰ ਹੈ, ਧਰਤੀ ਉੱਤੇ ਭਾਰਤ ਉੱਤਰੀ ਅਰਧ ਗੋਲੇ ਵਿੱਚ ਹੈ। ਹਾਂਜੀ, ਜਦ ਅਸੀਂ ਵੇਖਦੇ ਹਾਂ ਕਿ ਜੋ ਸਾਡੀ ਧਰਤੀ ਹੈ ਉਹ ਗੋਲ ਹੈ ਅਤੇ ਜੋ ਭਾਰਤ ਹੈ ਉਹ ਪੂਰੇ ਸੰਸਾਰ ਵਿੱਚ ਇਸ ਥਾਂ ਦੇ ਵਿੱਚ ਸਥਿਤ ਹੈ, ਧਰਤੀ 'ਚ ਅਤੇ ਉੱਪਰ ਵਾਲਾ ਏਰੀਆ ਕੀ ਹੈ, ਉੱਤਰ ਹੈ, ਅਤੇ ਨੀਚੇ ਵਾਲਾ ਕੀ ਹੈ, ਦੱਖਣ ਹੈ। ਇਸ ਲਈ ਸਾਡਾ ਭਾਰਤ ਕਿਸ ਅਰਧ ਗੋਲੇ ਵਿੱਚ ਸਥਿਤ ਹੈ, ਉੱਤਰੀ ਅਰਧ ਗੋਲੇ ਵਿੱਚ। ਹਾਂਜੀ, ਨੈਕਸਟ ਕੁਐਸਚਨ, ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ। ਉੱਤਰ, ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੇਂਦਰੀ ਸਥਿਤੀ ਹੈ। ਅਗਲਾ ਪ੍ਰਸ਼ਨ, ਭਾਰਤ ਦਾ ਖੇਤਰਫਲ ਕਿੰਨਾ ਹੈ। ਭਾਰਤ ਦਾ ਖੇਤਰਫਲ 32,87,263 ਵਰਗ ਕਿਲੋਮੀਟਰ ਹੈ। ਹਾਂਜੀ, ਕਿੰਨਾ ਹੈ, 32,87,263 ਕਿਲੋਮੀਟਰ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤ ਦੇ ਉੱਤਰ, ਦੱਖਣ ਅਤੇ ਪੂਰਬੀ ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ। ਜੋ ਸਾਡਾ ਇੰਡੀਆ ਹੈ ਉਹਦੇ ਵਿੱਚ ਜੋ ਉੱਤਰ ਤੋਂ ਲੈ ਕੇ ਦੱਖਣ ਦੇ ਵਿੱਚ ਕਿੰਨੀ ਲੰਬਾਈ ਹੈ। ਹਾਂਜੀ, ਇਹ ਕਿੰਨੀ ਹੈ, 3214 ਕਿਲੋਮੀਟਰ, 3214 ਕਿਲੋਮੀਟਰ। ਅਤੇ ਜੋ ਸਾਡੇ ਕੋਲ ਇਹਦੀ ਪੱਛਮ ਤੋਂ ਲੈ ਕੇ ਪੂਰਬ ਤੱਕ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਪੂਰਬ ਤੋਂ ਲੈ ਕੇ ਪੱਛਮ ਤੱਕ ਹੈ, ਉਹ ਕਿੰਨੀ ਹੈ, 2933। ਹਾਂਜੀ, ਕਿੰਨੀ ਹੈ, 2933 ਕਿਲੋਮੀਟਰ। ਹਾਂਜੀ, ਅਗਲਾ ਕੁਐਸਚਨ ਹੈ, ਭਾਰਤ ਦੀ ਥਲਵਰਤੀ ਅਤੇ ਤੱਟਵਰਤੀ ਸੀਮਾਵਾਂ ਵਿਚਕਾਰ ਕਿੰਨੀ ਲੰਬਾਈ ਹੈ। ਭਾਰਤ ਦੀ ਜੋ ਥਲਵਰਤੀ ਸੀਮਾ ਹੈ ਉਸ ਦੀ ਲੰਬਾਈ ਕਿੰਨੀ ਹੈ, 15,200 ਕਿਲੋਮੀਟਰ। ਅਤੇ ਜੋ ਤੱਟਵਰਤੀ ਹੈ, ਜੋ ਕਿਸੇ ਦੇਸ਼ ਦੇ ਜੋ ਕਿਸੇ ਸਮੁੰਦਰ ਦੇ ਤੱਟ ਨਾਲ ਲੱਗਦੀ ਹੈ, ਉਸ ਦੀ ਕਿੰਨੀ ਹੈ, 6,083 ਕਿਲੋਮੀਟਰ। ਨੈਕਸਟ ਕੁਐਸਚਨ ਹੈ, ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ। 7ਵਾਂ ਸਥਾਨ ਹੈ, ਅਤੇ ਸਭ ਤੋਂ ਪਹਿਲਾ ਸਥਾਨ ਕਿਸ ਦਾ ਹੈ, ਰੂਸ ਦਾ। ਹਾਂਜੀ, ਨੈਕਸਟ ਕੁਐਸਚਨ, ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ। 1 ਨਵੰਬਰ 1966 ਨੂੰ। ਹਾਂਜੀ, ਨੈਕਸਟ ਪ੍ਰਸ਼ਨ, ਅੱਜ ਦੇ ਭਾਰਤ ਦੀ ਭੂਗੋਲਿਕ ਪ੍ਰਬੰਧਕੀ ਵੰਡ ਕੀ ਹੈ। ਹਾਂਜੀ, ਅਸੀਂ ਜਿਵੇਂ ਜਾਣਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ ਪਹਿਲਾਂ 29 ਰਾਜ ਸੀ, ਅਤੇ ਜੋ ਜੰਮੂ ਕਸ਼ਮੀਰ ਹੈ ਉਸਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ, ਅਤੇ ਹੁਣ ਸਾਡੇ ਭਾਰਤ ਵਿੱਚ ਸਿਰਫ 28 ਰਾਜ ਰਹਿ ਗਏ ਹੈ, ਅਤੇ ਪਹਿਲਾਂ ਜੋ 7 ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਹੁਣ 8 ਹੋ ਗਏ। ਹਾਂਜੀ, ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਪੱਖੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦਾ ਨਾਮ ਲਿਖੋ। ਹਾਂਜੀ, ਇਹ ਜੋ ਕੰਮ ਹੈ ਸਾਨੂੰ ਕਈ ਵਾਰ ਮੈਪਸ 'ਚ ਵੀ ਆ ਜਾਂਦਾ ਹੁੰਦਾ ਕਿ ਇਹ ਏਰੀਆਜ਼ ਫਿਲ ਕਰੋ, ਜਾਂ ਫਿਰ ਜੋ ਖੇਤਰਫਲ ਦੇ ਪੱਖੋਂ ਸਭ ਤੋਂ ਵੱਡੇ ਛੋਟੇ ਰਾਜ ਫਿਲ ਕਰੋ। ਤਾਂ ਇਹ ਪੜ੍ਹਨਾ ਸਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਯਾਦ ਰੱਖਣਾ ਵੀ। ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਰਾਜ ਦਾ ਨਾਂ ਕੀ ਹੈ, ਰਾਜਸਥਾਨ। ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟਾ ਰਾਜ ਕਿਹੜਾ ਹੈ, ਗੋਆ। ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਰਾਜ ਦਾ ਨਾਂ ਕੀ ਹੈ, ਉੱਤਰ ਪ੍ਰਦੇਸ਼। ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟੇ ਰਾਜ ਦਾ ਕੀ ਨਾਮ ਹੈ, ਸਿੱਕਮ। ਹਾਂਜੀ, ਸਾਡੇ ਕੋਲ ਨੈਕਸਟ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਦਿਓ। ਜੋ ਕਿ ਸਾਨੂੰ ਪੇਪਰਾਂ ਦੇ ਵਿੱਚ 2 ਜਾਂ 3 ਮਾਰਕਸ ਜਾਂਦੇ ਹੈ, ਉਹ ਵਾਲੇ ਕੁਐਸਚਨਸ ਹੈ। ਹਾਂਜੀ, ਸਾਡੇ ਕੋਲ ਫਸਟ ਕੁਐਸਚਨ ਹੈ, ਕੀ ਭਾਰਤ ਇੱਕ ਉਪ ਮਹਾਂਦੀਪ ਹੈ। ਉੱਤਰ, ਭਾਰਤ ਇੱਕ ਵਿਸ਼ਾਲਤਾ ਦੇ ਕਾਰਨ ਇਸ ਨੂੰ ਇੱਕ ਉਪ ਮਹਾਂਦੀਪ ਦਾ ਦਰਜਾ ਦਿੱਤਾ ਹੋਇਆ ਹੈ। ਉਪ ਮਹਾਂਦੀਪ ਇੱਕ ਉਹ ਵਿਸ਼ਾਲ ਅਤੇ ਸੁਤੰਤਰ ਇਲਾਕਾ ਹੁੰਦਾ ਹੈ ਜਿਸ ਦੇ ਭੂ-ਭਾਗ ਦੀਆਂ ਸੀਮਾਵਾਂ ਵੱਖੋ ਵੱਖਰੀਆਂ ਸਥਲ ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਹਨ, ਜੋ ਇਸ ਨੂੰ
ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਪਰੰਤੂ ਅਸੀਂ ਵਰਤਮਾਨ ਭਾਰਤ ਨੂੰ ਉਪ-ਮਹਾਂਦੀਪ ਨਹੀਂ ਕਹਿ ਸਕਦੇ, ਕਿਉਂਕਿ ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਪਾਕਿਸਤਾਨ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਆਦਿ ਮਿਲ ਕੇ ਕਰਦੇ ਹਨ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤੀ ਸੱਭਿਆਚਾਰ ਵਿੱਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ? ਹਾਂਜੀ, ਉੱਤਰ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਇਹਨਾਂ ਪ੍ਰਦੇਸ਼ਾਂ ਵਿੱਚ ਬੋਲੀ, ਪਹਿਰਾਵੇ, ਰਹਿਣ-ਸਹਿਣ ਅਤੇ ਖਾਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ। ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਕੇਵਲ 23 ਭਾਸ਼ਾਵਾਂ ਦੇਸ਼ ਦੇ 97% ਜਾਂ ਫਿਰ ਅਸੀਂ ਕਹਿ ਸਕਦੇ ਹਾਂ 97% ਭਾਗ ਵਿੱਚ ਹੀ ਬੋਲੀਆਂ ਜਾਂਦੀਆਂ ਹਨ। 22 ਭਾਸ਼ਾਵਾਂ ਨੂੰ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਦਿੱਤੀ ਹੋਈ ਹੈ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤ ਦੇ ਸਥਾਨਿਕ ਵਿਸਤਾਰ 'ਤੇ ਨੋਟ ਲਿਖੋ। ਉੱਤਰ ਭਾਰਤ ਇੱਕ ਵਿਸ਼ਾਲ ਦੇਸ਼ ਹੈ ਜਿਸ ਦਾ ਵਿਸਤਾਰ 8 ਡਿਗਰੀ 4 ਮਿੰਟ 28 ਤੋਂ ਲੈ ਕੇ 37 ਡਿਗਰੀ 17 ਮਿੰਟ 53 ਸੈਕਿੰਡ ਉੱਤਰ ਅਕਸ਼ਾਂਸ਼ ਵਿਚਾਲੇ ਅਤੇ 68 ਡਿਗਰੀ 7 ਮਿੰਟਸ 33 ਤੋਂ ਲੈ ਕੇ 67 ਡਿਗਰੀ 24 ਮਿੰਟਸ 47 ਪੂਰਬੀ ਦਿਸ਼ਾਂਤਰ ਵਿਚਕਾਲੇ ਹੈ। ਕਰਕ ਰੇਖਾ ਇਸਦੇ ਮੱਧ ਵਿੱਚੋਂ ਲੰਘਦੀ ਹੈ। ਹਾਂਜੀ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਜੋ ਵਿੱਚੋਂ ਕਿਹੜੀ ਰੇਖਾ ਲੰਘਦੀ ਹੈ? ਕਰਕ ਰੇਖਾ। ਇਸ ਦੇ ਉੱਤਰੀ ਸਿਰੇ ਕਸ਼ਮੀਰ ਤੋਂ ਦੱਖਣੀ ਸਿਰੇ ਕੰਨਿਆਕੁਮਾਰੀ ਤੱਕ ਦੀ ਲੰਬਾਈ 3214 ਕਿਲੋਮੀਟਰ ਹੈ। ਪੂਰਬੀ ਸਿਰੇ 'ਤੇ ਸਥਿਤ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਤੁਰ ਪੱਛਮੀ ਸੀਮਾ ਬਿੰਦੂ ਰਨ ਆਫ ਕੱਛ ਤੱਕ ਦੀ ਲੰਬਾਈ 233 ਕਿਲੋਮੀਟਰ ਹੈ। ਇੰਨੇ ਵੱਡੇ ਵਿਸਥਾਰ ਦੇ ਕਾਰਨ ਹੀ ਹੈ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਰਾਤ ਦੇ 2 ਘੰਟੇ ਬਾਕੀ ਹੁੰਦੇ ਹਨ। ਹਾਂਜੀ, ਅਸੀਂ ਪੜ੍ਹਿਆ ਸੀ ਕਿ ਜੋ ਉੱਪਰ ਹੈ ਸਾਡੇ ਕੋਲ ਕਸ਼ਮੀਰ ਅਤੇ ਨੀਚੇ ਹੈ ਸਾਡੇ ਕੋਲ ਕੰਨਿਆ ਕੁਮਾਰੀ, ਅਤੇ ਦੋਵਾਂ ਦੇ ਵਿਚਕਾਰ ਦੀ ਲੰਬਾਈ ਕਿੰਨੀ ਹੈ? 3214 ਕਿਲੋਮੀਟਰ। ਹਾਂਜੀ, ਸਾਡੇ ਕੋਲ ਇੱਥੇ ਹੈ ਰਨ ਆਫ ਕੱਛ ਅਤੇ ਇੱਥੇ ਹੈ ਸਾਡੇ ਕੋਲ ਅਰੁਣਾਚਲ ਪ੍ਰਦੇਸ਼। ਇਹਦੇ ਵਿੱਚ ਕਿੰਨੀ ਲੰਬਾਈ ਹੈ? ਸਾਡੇ ਕੋਲ 233 ਕਿਲੋਮੀਟਰ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ? ਉੱਤਰ ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਨੇ ਦੇਸ਼ ਦੀ ਏਕਤਾ ਬਣਾਈ ਰੱਖਣ ਵਿੱਚ ਵਡਮੁੱਲਾ ਯੋਗਦਾਨ ਦਿੱਤਾ ਹੈ। ਸਾਰੇ ਵੇਦਾਂ ਅਤੇ ਪ੍ਰਾਚੀਨ ਗ੍ਰੰਥਾਂ ਦਾ ਪ੍ਰਸਾਰ ਸੰਸਕ੍ਰਿਤ ਭਾਸ਼ਾ ਵਿੱਚ ਹੀ ਹੋਇਆ ਹੈ। ਫਾਰਸੀ ਅਤੇ ਸੰਸਕ੍ਰਿਤ ਦੇ ਸੁਮੇਲ ਰਾਹੀਂ ਜਨਮੀ ਨਵੀਂ ਭਾਸ਼ਾ ਉਰਦੂ ਨੂੰ ਦਿੱਲੀ ਦੇ ਹਾਕਮਾਂ ਵੱਲੋਂ ਮਾਨਤਾ ਦਿੱਤੀ ਗਈ। ਹੁਣ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ। ਅੰਗਰੇਜ਼ੀ ਲਿੰਕ ਭਾਸ਼ਾ ਦਾ ਕੰਮ ਕਰਦੀ ਹੈ। ਲੋਕ ਗੀਤਾਂ ਜਿਵੇਂ ਪੰਜਾਬ ਦੀਆਂ ਧੀਆਂ, ਹਰਿਆਣੇ ਦਾ ਸਾਵਨ ਅਤੇ ਬਰਜ ਦਾ ਮਲਹਾਰ ਆਦਿ ਨੇ ਦੇਸ਼ ਦੀ ਏਕਤਾ ਵਿੱਚ ਵਿਸ਼ੇਸ਼ ਰੰਗ ਭਰਿਆ ਹੈ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ 2 ਤੱਥਾਂ ਦੁਆਰਾ ਸਮਝਾਓ। ਹਾਂਜੀ, ਭਾਰਤ ਦੀ ਜੋ ਖੇਤਰੀ ਭਿੰਨਤਾਵਾਂ ਹੈ ਉਹ ਕੀ ਹੈ ਉਹ ਅਸੀਂ ਪੜ੍ਹਾਂਗੇ ਪੁਆਇੰਟਸ 'ਚ। ਪਹਿਲਾ ਹੈ ਸਾਡੇ ਕੋਲ ਧਰਾਤਲ। ਭਾਰਤ ਦੇ ਧਰਾਤਲ ਵਿੱਚ ਬਹੁਤ ਭਿੰਨਤਾ ਹੈ। ਜਿੱਥੇ ਅਰਾਵਲੀ ਵਰਗਾ ਪ੍ਰਾਚੀਨ ਪਰਬਤ ਹੈ, ਉੱਥੇ ਹਿਮਾਲਿਆ ਵਰਗੇ ਨਵੀਨ ਪਰਬਤ ਵੀ ਸਥਿਤ ਹਨ। ਇਸ ਦੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਹੈ। ਇਸ ਤਰ੍ਹਾਂ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਵਿਚਕਾਰ ਉਪਜਾਊ ਮੈਦਾਨ ਪਾਏ ਜਾਂਦੇ ਹਨ। ਹਾਂਜੀ, ਸੈਕਿੰਡ ਕੀ ਹੈ ਖੇਤਰੀ ਭਿੰਨਤਾ? ਜਲਵਾਯੂ। ਭਾਰਤ ਦੇ ਮੱਧ ਵਿੱਚੋਂ ਇੱਕ ਕਰਕ ਰੇਖਾ ਲੰਘਦੀ ਹੈ ਜਿਸ ਦੇ ਉੱਤਰ ਭਾਗਾਂ ਵਿੱਚ ਸ਼ੀਤ ਉਸ਼ਣ ਕਿਸਮ ਦੀ ਜਲਵਾਯੂ ਅਤੇ ਦੱਖਣ ਭਾਗਾਂ ਵਿੱਚ ਭੂ ਮੱਧ ਰੇਖਾ ਦੇ ਆਸਪਾਸ ਹੋਣ ਕਰਕੇ ਉਸ਼ਣ ਕਿਸਮ ਦੀ ਜਲਵਾਯੂ ਪਾਈ ਜਾਂਦੀ ਹੈ। ਜਿੱਥੇ ਮਨਿਸਰਮ ਅਤੇ ਚਿਰਾਪੁੰਜੀ ਵੱਧ ਵਰਖਾ ਵਾਲੇ ਖੇਤਰ ਹਨ, ਉੱਥੇ ਥਾਰ ਮਾਰੂਥਲ ਦੇ ਖੁਸ਼ਕ ਖੇਤਰ ਖੁਸ਼ਕ ਰਹਿੰਦੇ ਹਨ। ਹਾਂਜੀ,
ਜੋ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਗਰਮ ਸਥਾਨ ਹੈ ਉਹ ਕਿਹੜਾ ਹੈ? ਥਾਰ ਮਾਰੂਥਲ ਹੈ। ਅਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵਰਖਾ ਕੀਤੀ ਹੁੰਦੀ ਹੈ ਮੌਸਿਨਰਾਮ ਅਤੇ ਚਿਰਾਪੁੰਜੀ ਵਿੱਚ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤ ਦੀ ਅਨੇਕਤਾਵਾਂ ਵਿੱਚੋਂ ਏਕਤਾ ਨੂੰ ਦੋ ਤੱਥਾਂ ਨਾਲ ਸਪਸ਼ਟ ਕਰੋ। ਹਾਂਜੀ, ਪਹਿਲਾਂ ਅਸੀਂ ਖੇਤਰੀ ਭਿੰਨਤਾਵਾਂ ਕੀਤੀਆਂ ਸੀ ਕਿ ਉਹ ਕਿਸ ਕਾਰਨ ਅਲੱਗ ਹੈ, ਅਤੇ ਹੁਣ ਅਸੀਂ ਅਨੇਕਤਾਵਾਂ ਵਿੱਚ ਏਕਤਾ ਨੂੰ ਸਪਸ਼ਟ ਕਰਾਂਗੇ। ਸਾਡੇ ਕੋਲ ਪਹਿਲਾ ਹੈ ਭਾਸ਼ਾ ਅਤੇ ਲੋਕ ਕਲਾ। ਭਾਰਤ ਵਿੱਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ 97% ਹਿੱਸੇ ਉੱਤੇ 23 ਭਾਸ਼ਾਵਾਂ ਦਾ ਵਧੇਰੇ ਪ੍ਰਭਾਵ ਹੈ। ਇਨ੍ਹਾਂ ਭਾਸ਼ਾਵਾਂ ਹੋਣ ਦੇ ਬਾਵਜੂਦ ਵੀ ਸੰਸਕ੍ਰਿਤ ਭਾਸ਼ਾ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਪਰੋਇਆ ਹੈ। ਲੋਕ ਗੀਤ ਵੀ ਵੱਖ-ਵੱਖ ਇਲਾਕਿਆਂ ਵਿੱਚ ਇਕਸੁਰਤਾ ਦੀ ਧਾਰ ਪੈਦਾ ਕਰਦੇ ਰਹੇ ਹਨ। ਹਾਂਜੀ, ਸੈਕਿੰਡ ਹੈ ਸਾਡੇ ਕੋਲ ਆਵਾਜਾਈ ਅਤੇ ਸੰਚਾਰ ਦੇ ਸਾਧਨ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਇਹਨਾਂ ਸਾਧਨਾਂ ਦੇ ਵਿਕਾਸ ਨੇ ਏਕਤਾਮਈ ਪ੍ਰਭਾਵ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰੇਲਾਂ ਅਤੇ ਸੜਕਾਂ ਨੇ ਪਿੰਡਾਂ ਨੂੰ ਸ਼ਹਿਰ ਨਾਲ ਜੋੜਿਆ ਹੈ। ਇਸ ਤਰ੍ਹਾਂ ਆਪਸੀ ਸੰਪਰਕ ਕਾਇਮ ਹੋਣ ਕਰਕੇ ਲੋਕ ਖੇਤਰੀ ਪ੍ਰਵਿਰਤੀਆਂ ਦੀ ਬਜਾਏ ਰਾਸ਼ਟਰੀ ਧਾਰਾ ਨਾਲ ਜੁੜ ਗਏ ਹਨ। ਸਾਡੇ ਕੋਲ ਨੈਕਸਟ ਕੁਐਸਚਨ ਹੈ, ਦੇਸ਼ ਦੀ ਕੁਦਰਤੀ ਭਿੰਨਤਾ ਨੇ ਸੱਭਿਆਚਾਰਕ ਭਿੰਨਤਾ ਪੈਦਾ ਕਰਨ ਵਿੱਚ ਕੀ ਯੋਗਦਾਨ ਦਿੱਤਾ ਹੈ? ਹਾਂਜੀ, ਸਾਡੇ ਕੋਲ ਆਨਸਰ ਹੈ, ਭਾਰਤ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ ਜਿੱਥੇ ਅਨੇਕਾਂ ਕੁਦਰਤੀ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਪਹਿਰਾਵਾ ਅਤੇ ਰਹਿਣ ਸਹਿਣ ਉਹਨਾਂ ਦੀ ਆਪਣੀ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ। ਜਿੱਥੇ ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਸਖਤ ਹਾਲਾਤਾਂ ਵਿੱਚ ਕੰਮ ਕਰਨਾ ਪੈਂਦਾ ਹੈ, ਉੱਥੇ ਮੈਦਾਨੀ ਇਲਾਕਿਆਂ ਵਿੱਚ ਲੋਕਾਂ ਨੇ ਘੱਟ ਮਿਹਨਤ ਨਾਲ ਵਧੇਰੇ ਲਾਭ ਕਮਾਇਆ ਹੈ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ 8, ਜਦੋਂ ਅਰੁਣਾਚਲ ਵਿੱਚ ਅਜੇ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ, ਵਿਆਖਿਆ ਕਰੋ। ਹਾਂਜੀ, ਜਿਵੇਂ ਅਸੀਂ ਪੜ੍ਹਿਆ ਸੀ ਕਿ ਜੋ ਅਰੁਣਾਚਲ ਪ੍ਰਦੇਸ਼ ਤੋਂ ਗੁਜਰਾਤ ਰਨ ਆਫ ਕੱਛ ਦੇ ਵਿਚਕਾਰ ਕਿੰਨੀ ਲੰਬਾਈ ਹੈ? 29-33 ਕਿਲੋਮੀਟਰ। ਅਤੇ ਦੋਵਾਂ ਦੇ ਵਿੱਚ ਕਿੰਨੇ ਦੇਸ਼ਾਂਤਰ ਦਾ ਫਰਕ ਹੈ? 29 ਡਿਗਰੀ 12 ਮਿੰਟ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਲਗਭਗ 30 ਡਿਗਰੀ ਦਾ ਹੀ ਫਰਕ ਹੈ। ਅਤੇ ਦੇਸ਼ਾਂਤਰ ਰੇਖਾ ਵਿੱਚ ਜੋ ਹਰੇਕ ਦੇਸ਼ਾਂਤਰ ਰੇਖਾ ਹੈ ਉਸਦੇ ਵਿੱਚ ਕਿੰਨਾ ਹੁੰਦਾ ਹੈ? 4 ਮਿੰਟ ਦਾ ਫਰਕ ਹੁੰਦਾ ਹੈ। ਜੇ ਇੱਕ ਵਿੱਚ 4 ਮਿੰਟ ਹੈ ਤਾਂ ਹੁਣ ਅਸੀਂ ਦੇਖਦੇ ਹਾਂ ਕਿ ਜੇ ਅਸੀਂ 30 ਨੂੰ 4 ਨਾਲ ਮਲਟੀਪਲਾਈ ਕਰਦੇ ਤਾਂ 120 ਆਉਂਦਾ ਹੈ। 120 ਮਿੰਟਸ ਹੋ ਗਏ ਟੋਟਲ, ਅਤੇ 120 ਮਿੰਟਸ ਮਤਲਬ ਕਿ ਸਾਡੇ ਕੋਲ 2 ਘੰਟੇ। ਇਸ ਲਈ ਜਦੋਂ ਹੁਣੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਜੋ ਰਨ ਆਫ ਕੱਛ ਹੈ ਜਾਂ ਫਿਰ ਗੁਜਰਾਤ ਦੇ ਵਿੱਚ 2 ਘੰਟੇ ਹੁਣੀ ਰਾਤ ਪਈ ਹੁੰਦੀ ਹੈ। ਹਾਂਜੀ, ਹੁਣ ਅਸੀਂ ਇਸ ਨੂੰ ਥਿਊਰੀ ਵਾਈਜ਼ ਪੜ੍ਹਾਂਗੇ। ਅਰੁਣਾਚਲ ਤੋਂ ਗੁਜਰਾਤ ਤੱਕ ਦੀ ਦੂਰੀ 2933 ਕਿਲੋਮੀਟਰ ਹੈ। ਇਸ ਤਰ੍ਹਾਂ ਦੋਵਾਂ ਵਿੱਚ 29 ਡਿਗਰੀ 12 ਮਿੰਟ ਦੇਸ਼ਾਂਤਰੀ ਫਰਕ ਹੈ। ਹਰੇਕ ਦੇਸ਼ਾਂਤਰ ਰੇਖਾ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ। ਦੋਵਾਂ ਥਾਵਾਂ ਦੇ ਸਮੇਂ ਵਿੱਚ ਲਗਭਗ 2 ਘੰਟਿਆਂ ਦਾ ਫਰਕ ਪੈ ਜਾਂਦਾ ਹੈ। ਪੂਰਬ ਵਿੱਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਸਥਾਨਿਕ ਸਮਾਂ ਪੱਛਮ ਵਿੱਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ। ਇਸ ਲਈ ਜਦੋਂ ਅਰੁਣਾਚਲ ਵਿੱਚ ਸੂਰਜ ਨਿਕਲਦਾ ਹੈ ਉਸ ਸਮੇਂ ਗੁਜਰਾਤ ਵਿੱਚ ਰਾਤ ਹੁੰਦੀ ਹੈ। ਹਾਂਜੀ, ਸਾਡੇ ਕੋਲ ਥਰਡ ਹੈ, ਹੇਠ ਲਿਖੇ ਹਰੇਕ ਪ੍ਰਸ਼ਨ ਦੇ ਵਿਸਤ੍ਰਿਤ ਉੱਤਰ ਦਿਓ ਜੋ ਸਾਡੇ ਕੋਲ ਪੇਪਰ ਦੇ ਵਿੱਚ 4 ਮਾਰਕਸ ਦੇ ਆਉਂਦੇ ਹੈ। ਉਹ ਵਾਲੇ ਕੁਐਸਚਨਸ ਹੈ, ਬੜੇ ਵੱਡੇ ਪ੍ਰਸ਼ਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਜੀ, ਸਾਡੇ ਕੋਲ ਸਭ ਤੋਂ ਪਹਿਲਾ ਕੁਐਸਚਨ ਹੈ, ਭਾਰਤ ਦਾ ਨਾਂ ਕਿਵੇਂ ਪਿਆ ਹੈ? ਇਸ ਦੇ ਆਕਾਰ ਅਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ। ਜਾਣ ਪਛਾਣ। ਪਹਿਲਾਂ ਤਾਂ ਅਸੀਂ ਦੱਸਾਂਗੇ ਕਿ ਭਾਰਤ ਦਾ ਨਾਮ ਕਿਵੇਂ ਪਿਆ। ਪੁਰਾਤਨ ਲੇਖਾਂ ਦੇ ਅਨੁਸਾਰ ਯੁਗਾਂ ਤੋਂ ਭਾਰਤ ਦੇ ਨਾਮ ਵਿੱਚ ਤਬਦੀਲੀ ਆਉਂਦੀ ਰਹੀ ਹੈ। ਭਾਰਤ ਦੇ ਵੱਖ-ਵੱਖ ਸਮੇਂ ਜੋ ਨਾਂ ਪ੍ਰਚਲਿਤ ਹੋਏ ਉਹਨਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਭਾਰਤ ਦੇ ਆਧੁਨਿਕ ਨਾਂ ਸੰਬੰਧੀ ਧਾਰਨਾਵਾਂ। ਇੱਕ ਧਾਰਨਾ ਦੇ ਅਨੁਸਾਰ ਇਸਦਾ ਸਭ ਤੋਂ ਪਹਿਲਾ ਨਾਮ ਹਿਮਾਚਲ ਸੇਤੂ ਪਰਯੰਤਮ ਸੀ, ਜਿਹੜਾ ਹਿਮਾਚਲ ਅਤੇ ਰਾਮੇਸ਼ਵਰ ਵਿਚਕਾਰ ਸਥਿਤ ਸੀ।
ਆਰੀਆ ਦੇ ਆਉਣ ਨਾਲ ਇਸ ਦਾ ਨਾਮ ਆਰੀਆਵਰਤ ਪੈ ਗਿਆ। ਰਿਗਵੇਦ ਅਨੁਸਾਰ ਭਾਰਤਨਾਮੇ ਰਾਜੇ ਦੇ ਉੱਪਰ ਇਸ ਦਾ ਨਾਮ ਭਾਰਤ ਵਰਸ਼ ਪੈ ਗਿਆ। ਹਾਂਜੀ, ਸਭ ਤੋਂ ਪਹਿਲਾਂ ਭਾਰਤ ਦਾ ਨਾਮ ਕੀ ਰੱਖਿਆ ਗਿਆ? ਹਿਮਾਚਲ ਸੇਤੂ ਪ੍ਰਯੰਤਮ। ਫਿਰ ਸਾਡੇ ਕੋਲ ਜੋ ਸੈਕਿੰਡ ਨੰਬਰ 'ਚ ਆਰੀਆ ਦੇ ਲੋਕ ਆਏ ਅਤੇ ਉਹਨਾਂ ਨੇ ਕੀ ਰੱਖਿਆ? ਆਰੀਆਵਰਤ। ਥਰਡ ਨੰਬਰ 'ਚ ਸਾਡੇ ਕੋਲ ਆਏ ਰਿਗਵੇਦ, ਜਿਹਦੇ ਵਿੱਚ ਭਾਰਤਨਾਮੇ ਰਾਜੇ ਦੇ ਉੱਪਰ ਭਾਰਤ ਦਾ ਨਾਮ ਕੀ ਪੈ ਗਿਆ? ਭਾਰਤ ਵਰਸ਼। ਅਤੇ ਭਾਰਤ ਦਾ ਆਧੁਨਿਕ ਨਾਂ ਜੋ ਹੈ ਇੰਡੀਆ ਪੈ ਗਿਆ। ਉਹ ਕਿਉਂ ਪਿਆ? ਸਿੰਧ ਨਦੀ ਦੇ ਕਾਰਨ। ਫਿਰ ਈਰਾਨ ਆਏ ਅਤੇ ਇਸ ਨੂੰ ਹਿੰਦੂ ਆਖ ਕੇ ਕਹਿਣ ਲੱਗ ਗਏ। ਹਿੰਦੂਆਂ ਨੇ, ਜੋ ਯੂਨਾਨੀ ਸੀਗੇ, ਉਸਨੇ ਹਿੰਦੂ ਸ਼ਬਦ ਨੂੰ ਕਿਹਦੇ ਵਿੱਚ ਬਦਲ ਦਿੱਤਾ? ਇੰਡੋਜ਼ ਦੇ ਵਿੱਚ। ਉਸ ਤੋਂ ਬਾਅਦ ਰੋਮਨ ਦੇ ਲੋਕਾਂ ਨੇ ਇਸ ਨੂੰ ਕੀ ਨਾਮ ਦੇ ਦਿੱਤਾ? ਇੰਡੀਆ ਨੂੰ ਇੰਡਸ। ਅਤੇ ਇੰਡਸ ਤੋਂ ਹੀ ਲਾਸਟ ਦੇ ਵਿੱਚ ਕੀ ਬਣਿਆ? ਇੰਡੀਆ ਬਣ ਗਿਆ। ਅਤੇ ਹਿੰਦੂ ਤੋਂ ਕੀ ਬਣ ਗਿਆ? ਹਿੰਦੁਸਤਾਨ। ਭਾਰਤ ਤੋਂ ਕੀ ਬਣ ਗਿਆ? ਭਾਰਤ। ਅਤੇ ਇੰਡਸ ਤੋਂ ਕੀ ਬਣ ਗਿਆ? ਇੰਡੀਆ। ਹਾਂਜੀ, ਅੱਜ ਭਾਰਤ ਨੂੰ ਇਹਨਾਂ ਤਿੰਨਾਂ ਨਾਮਾਂ ਦੇ ਨਾਲ ਕੀ ਜਾਣਿਆ ਜਾਂਦਾ ਹੈ ਜਾਂ ਫਿਰ ਬੁਲਾਇਆ ਜਾਂਦਾ ਹੈ। ਹਾਂਜੀ, ਅੱਗੇ ਹੈ ਆਕਾਰ। ਇਸ ਦਾ ਆਕਾਰ ਤਿਕੋਣਾ ਹੈ। ਇੱਕ ਪਾਸੇ ਅਰਬ ਸਾਗਰ ਹੈ, ਦੂਜੇ ਪਾਸੇ ਬੰਗਾਲ ਦੀ ਖਾੜੀ। ਹਾਂਜੀ, ਜਿਵੇਂ ਅਸੀਂ ਦੇਖਦੇ ਜੋ ਸਾਡੇ ਇੰਡੀਆ ਦਾ ਨੀਚੇ ਵਾਲਾ ਸਾਈਡ ਹੈ, ਦੱਖਣ ਵਾਲਾ, ਉਸਦੇ ਇਸ ਪਾਸੇ ਹੈ ਅਰਬ ਸਾਗਰ, ਅਰੇਬੀਅਨ ਸੀ। ਅਤੇ ਜੋ ਇੱਧਰ ਵਾਲੇ ਪਾਸੇ ਹੈ ਉਹ ਕੀ ਹੈ? ਬੰਗਾਲ ਦੀ ਖਾੜੀ। ਬੰਗਾਲ ਦੀ ਖਾੜੀ। ਹਾਂਜੀ, ਇਹ ਦੇਸ਼ ਉੱਤਰ ਵਿੱਚ ਵਧੇਰੇ ਚੌੜਾ ਹੈ, ਦੱਖਣ ਵਿੱਚ ਆਉਂਦੇ ਹੋਇਆ ਇਸ ਦਾ ਆਕਾਰ ਛੋਟਾ ਹੋ ਜਾਂਦਾ ਹੈ। ਅਖੀਰ ਕੰਨਿਆ ਕੁਮਾਰੀ ਉੱਤੇ ਇਹ ਇੱਕ ਬਿੰਦੂ ਦੇ ਸਮਾਨ ਹੈ। ਹਾਂਜੀ, ਪ੍ਰਬੰਧਕੀ ਵੰਡ। ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵੀ ਭਾਰਤ ਦੀ ਪ੍ਰਸ਼ਾਸਨਿਕ ਇਕਾਈ ਹੈ। ਸਿੱਟਾ। ਸੱਚ ਤਾਂ ਇਹ ਹੈ ਕਿ ਭਾਰਤ ਹਰ ਰੂਪ ਵਿੱਚ ਵਿਸ਼ੇਸ਼ ਹੈ, ਆਕਾਰ ਵਿੱਚ ਵੀ ਅਤੇ ਪ੍ਰਬੰਧਕੀ ਵੰਡ ਵਿੱਚ ਵੀ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ 'ਤੇ ਕੀ ਪ੍ਰਭਾਵ ਪੈਂਦਾ ਹੈ? ਹਾਂਜੀ, ਸਭ ਤੋਂ ਪਹਿਲਾਂ ਅਸੀਂ ਜਾਣ ਪਛਾਣ ਕਰਾਂਗੇ। ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਦੇਸ਼ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਨਾਲ ਬਣੀਆਂ ਹਨ, ਜੋ ਇਸ ਨੂੰ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਆਓ ਦੇਖੀਏ ਕਿ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਸੁਰੱਖਿਆ ਉੱਤੇ ਕੀ ਪ੍ਰਭਾਵ ਪੈਂਦਾ ਹੈ ਉਹ ਅਸੀਂ ਪੜ੍ਹਾਂਗੇ। ਭਾਰਤ ਦੇ ਉੱਤਰੀ ਸਿਰੇ 'ਤੇ ਮਹਾਨ ਹਿਮਾਲਿਆ ਦੀ ਪਰਬਤੀ ਦੀਵਾਰ ਅਤੇ ਦੱਖਣ ਵੱਲ ਵਿਸ਼ਾਲ ਹਿੰਦ ਮਹਾਸਾਗਰ ਹੈ। ਇੱਕ ਪਾਸੇ ਅਰਬ ਸਾਗਰ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ। ਭਾਰਤ ਨੂੰ ਹਿੰਦ ਮਹਾਸਾਗਰ ਵਿੱਚ ਕੇਂਦਰੀ ਸਥਿਤੀ ਹਾਸਲ ਹੈ। ਕੇਂਦਰੀ ਸਥਿਤੀ ਹੋਣ ਕਾਰਨ ਹੀ ਇਸ ਨੇ ਪਿਛਲੇ ਦਹਾਕੇ ਵਿੱਚ ਸ਼੍ਰੀਲੰਕਾ ਵਿੱਚ ਦਹਿਸ਼ਤਗਰਦੀ ਨੂੰ ਦਬਾਉਣ ਅਤੇ ਮਾਲਦੀਵ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਉਣ ਲਈ ਸ਼ਕਤੀਸ਼ਾਲੀ ਜਲ ਸੈਨਾ ਦੀ ਵਰਤੋਂ ਕਰਕੇ ਸ਼ਾਂਤੀ ਸਥਾਪਿਤ ਕਰਨ ਲਈ ਕਾਮਯਾਬੀ ਹਾਸਲ ਕੀਤੀ ਸੀ। ਭਾਰਤ ਨੇ ਥਲੀ ਸਰਹੱਦਾਂ ਦੀ ਸੁਰੱਖਿਆ ਲਈ ਥਲ ਅਤੇ ਹਵਾਈ ਫੌਜ ਦਾ ਗਠਨ ਕੀਤਾ ਹੋਇਆ ਹੈ। ਹਾਂਜੀ, ਜਲਵਾਯੂ। ਹਿਮਾਲਿਆ ਅਤੇ ਹਿੰਦ ਮਹਾਸਾਗਰ ਦੇ ਵਿਚਕਾਰ ਸਥਿਤ ਹੋਣ ਕਰਕੇ ਭਾਰਤ ਨੂੰ ਮਾਨਸੂਨ ਪੌਣਾਂ ਦਾ ਵਰਦਾਨ ਮਿਲਿਆ ਹੋਇਆ ਹੈ। ਭਾਰਤ ਦੇ ਬਹੁਤ ਹਿੱਸੇ ਵਿੱਚ ਗਰਮੀ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ, ਜਦਕਿ ਦੱਖਣੀ ਪੂਰਬੀ ਭਾਗਾਂ ਵਿੱਚ ਸਰਦੀ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ। ਵਪਾਰ। ਹਿੰਦ ਮਹਾਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿੱਚੋਂ ਹੋ ਕੇ ਨਿਕਲਦੇ ਹਨ। ਇਹ ਮਾਰਗ ਇੱਕ ਪਾਸੇ ਭਾਰਤ ਨੂੰ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ, ਦੂਸਰੇ ਪਾਸੇ ਆਸਟ੍ਰੇਲੀਆ, ਪੂਰਬੀ ਏਸ਼ੀਆ ਅਤੇ ਤੁਰ ਪੂਰਬ ਨਾਲ ਜੋੜਦੇ ਹਨ। ਸੁਏਜ਼ ਨਹਿਰ ਦੇ ਖੁੱਲ੍ਹ ਜਾਣ ਨਾਲ ਤਾਂ ਭਾਰਤ ਦੀ ਵਪਾਰਕ ਮਹੱਤਤਾ ਹੋਰ ਵੀ ਵੱਧ ਗਈ ਹੈ। ਹਾਂਜੀ, ਸਾਡੇ ਕੋਲ ਇੱਥੇ 1 ਮਾਰਕਸ ਦਾ ਇੰਪੋਰਟੈਂਟ ਕੁਐਸਚਨ ਇੱਕ ਹੋਰ ਬਣਦਾ ਹੈ ਕਿ ਕਿਸ ਨਹਿਰ ਦੇ ਖੁੱਲ੍ਹ ਜਾਣ ਕਾਰਨ ਭਾਰਤ ਦੀ ਜੋ ਵਪਾਰਕ ਮਹੱਤਤਾ ਵੱਧ ਗਈ ਹੈ।
ਸੁਏਜ਼ ਨਹਿਰ। ਹਾਂਜੀ, ਸਾਡੇ ਕੋਲ ਨੈਕਸਟ ਹੈ ਸੱਭਿਆਚਾਰ। ਭਾਰਤ ਦੇ ਉੱਤਰ ਪੱਛਮ ਦਰਿਆ ਤੋਂ ਆਰੀਆ, ਯੂਨਾਨੀ, ਤੁਰਕ ਅਤੇ ਮੁਗਲ ਆਦਿ ਅਨੇਕ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਤੇ ਦੇਸ਼ ਵਿੱਚ ਵਸ ਗਈਆਂ। ਇਹਨਾਂ ਨੇ ਵੱਖ-ਵੱਖ ਭਾਸ਼ਾਈ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗਾਂ ਵਿੱਚ ਰੰਗਿਆ। ਇਸ ਆਪਸੀ ਮੇਲ-ਮਿਲਾਪ ਨਾਲ ਭਾਰਤ ਦੇ ਲੋਕਾਂ ਵਿੱਚ ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਅਨੇਕਾਂ ਤਬਦੀਲੀਆਂ ਆਈਆਂ। ਸਿੱਟਾ: ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਦੇਸ਼ ਦੀ ਭੂਗੋਲਿਕ ਸਥਿਤੀ ਨੇ ਜਲਵਾਯੂ, ਵਪਾਰ, ਸੁਰੱਖਿਆ ਅਤੇ ਸੱਭਿਆਚਾਰਕ 'ਤੇ ਗਹਿਰਾ ਪ੍ਰਭਾਵ ਪਾਇਆ ਹੈ। ਹਾਂਜੀ, ਸਾਡੇ ਕੋਲ ਥਰਡ ਕੁਐਸਚਨ ਹੈ, ਭਾਰਤ ਇੱਕ ਭਿੰਨਤਾਵਾਂ ਵਾਲਾ ਦੇਸ਼ ਹੈ। ਇਸ ਕਥਨ ਦੀ ਵਿਆਖਿਆ ਕਰੋ। ਜਾਣ ਪਛਾਣ: ਭਾਰਤ ਆਪਣੀ ਵਿਸ਼ਾਲਤਾ ਦੇ ਕਾਰਨ ਭਿੰਨਤਾਵਾਂ ਵਾਲਾ ਦੇਸ਼ ਹੈ। ਇਸ ਕਰਕੇ ਇਸ ਨੂੰ ਕਈ ਵਾਰ ਅਨੇਕਤਾਵਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਦੇਸ਼ ਵਿੱਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ। ਹਾਂਜੀ, ਸਭ ਤੋਂ ਪਹਿਲੀ ਭਿੰਨਤਾ ਕੀ ਹੈ? ਧਰਾਤਲ। ਭਾਰਤ ਦੇ ਇੱਕ ਪਾਸੇ ਨਵੀਨ ਹਿਮਾਲਿਆ ਪਰਬਤ ਹੈ, ਜਦ ਕਿ ਰਾਜਸਥਾਨ ਵਿੱਚ ਫੈਲੇ ਅਰਾਵਲੀ ਪਰਬਤ ਪ੍ਰਾਚੀਨ ਹਨ। ਇਸ ਵਿੱਚ ਜਿੱਥੇ ਸਤਲੁਜ, ਗੰਗਾ ਤੇ ਬ੍ਰਹਮਪੁੱਤਰ ਦਾ ਉਪਜਾਊ ਮੈਦਾਨ ਹੈ, ਉੱਥੇ ਦੂਸਰੇ ਪਾਸੇ ਪ੍ਰਾਇਦੀਪੀ ਪਠਾਰ ਹੈ। ਹਾਂਜੀ, ਸੈਕਿੰਡ ਹੈ ਜਲਵਾਯੂ ਸੰਬੰਧੀ ਭਿੰਨਤਾ। ਹਾਂਜੀ, ਪਹਿਲੀ ਸੀ ਸਾਡੇ ਕੋਲ ਭਿੰਨਤਾ ਧਰਾਤਲ, ਦੂਸਰੀ ਹੈ ਜਲਵਾਯੂ। ਭਾਰਤ ਦੇ ਮੱਧ ਵਿੱਚੋਂ ਇੱਕ ਕਰਕ ਰੇਖਾ ਲੰਘ ਰਹੀ ਸੀ, ਜਿਸ ਦੇ ਉੱਤਰੀ ਭਾਗ ਵਿੱਚ ਸ਼ੀਤ ਉਸ਼ਣ ਕਿਸਮ ਦੀ ਅਤੇ ਦੱਖਣ ਵਿੱਚ ਉਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਜਿੱਥੇ ਪੂਰਬ ਵਿੱਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ, ਉੱਥੇ ਭਾਰਤ ਦੇ ਧੁਰ ਪੱਛਮ ਵਿੱਚ ਥਾਰ ਮਾਰੂਥਲ ਦੇ ਖੇਤਰ ਖੁਸ਼ਕ ਹੀ ਰਹਿੰਦੇ ਹਨ। ਹਾਂਜੀ, ਥਰਡ ਹੈ ਸਾਡੇ ਕੋਲ ਪ੍ਰਵਾਸ। ਉੱਤਰ ਪੂਰਬ ਭਾਰਤ ਵਿੱਚ ਮੱਧ ਏਸ਼ੀਆ ਤੋਂ ਆਏ ਮੰਗੋਲ ਜਾਤੀ ਦੇ ਲੋਕ ਰਹਿੰਦੇ ਹਨ, ਜਦ ਕਿ ਉੱਤਰ ਪੱਛਮੀ ਹਿਮਾਲਿਆਈ ਖੇਤਰ ਵਿੱਚ ਤਿੱਬਤੀ ਲੋਕ ਆਉਂਦੇ ਹਨ। ਪੱਛਮੀ ਮੈਦਾਨਾਂ ਭਾਗਾਂ ਵਿੱਚ ਆਰੀਆ ਅਤੇ ਮੁਸਲਮਾਨ ਆ ਕੇ ਵਸ ਗਏ। ਇਸ ਤਰ੍ਹਾਂ ਦੱਖਣ ਵਿੱਚ ਦਰਾਵਿੜ ਜਾਤੀਆਂ ਦੇ ਲੋਕ ਦੱਖਣੀ ਭਾਰਤ ਦੇ ਪਹਾੜਾਂ ਵਿੱਚ ਵਸ ਗਏ ਅਤੇ ਤਾਮਿਲਨਾਡੂ ਵਿੱਚ ਸ਼੍ਰੀ ਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਰਹਿੰਦੇ ਹਨ। ਹਾਂਜੀ, ਸਾਡੇ ਕੋਲ ਨੈਕਸਟ ਭਿੰਨਤਾ ਕੀ ਹੈ? ਸੱਭਿਆਚਾਰ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਜਾਤੀ ਅਤੇ ਧਾਰਮਿਕ ਭਿੰਨਤਾ ਹੋਣ ਕਾਰਨ ਦੇਸ਼ ਦੇ ਲੋਕਾਂ ਦੀ ਭਾਸ਼ਾ, ਰਹਿਣ-ਸਹਿਣ, ਖਾਣ-ਪੀਣ, ਲੋਕ-ਗੀਤ, ਨਾਚ, ਮੇਲਿਆਂ, ਤਿਉਹਾਰਾਂ, ਰੀਤੀ-ਰਿਵਾਜਾਂ ਵਿੱਚ ਭਿੰਨਤਾ ਵੇਖਣ ਨੂੰ ਮਿਲਦੀ ਹੈ। ਦੇਸ਼ ਵਿੱਚ ਲਗਭਗ 187 ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਸਿੱਟਾ: ਸੱਚ ਤਾਂ ਇਹ ਹੈ ਕਿ ਇਹ ਅਨੇਕਤਾਵਾਂ ਤਾਂ ਹੈ ਹੀ, ਇਸ ਤੋਂ ਇਲਾਵਾ ਲੋਕਾਂ ਦੀ ਖੇਤੀ ਦੇ ਢੰਗ ਵਿੱਚ ਵੀ ਕਾਫੀ ਫਰਕ ਹੈ ਅਤੇ ਉਹਨਾਂ ਦੇ ਜੀਵਨ ਪੱਧਰ ਵਿੱਚ ਵੀ ਫਰਕ ਵੇਖਣ ਨੂੰ ਮਿਲਦਾ ਹੈ। ਹਾਂਜੀ, ਸਾਡੇ ਕੋਲ ਨੈਕਸਟ ਕੁਐਸਚਨ ਹੈ, ਦੇਸ਼ ਵਿੱਚ ਮਿਲਣ ਵਾਲੀ ਖੇਤਰੀ ਭਿੰਨਤਾ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ? ਹਾਂਜੀ ਗਾਈਸ, ਜੋ ਸਾਡੇ ਕੋਲ ਉੱਪਰ ਵਾਲਾ ਕੁਐਸਚਨ ਸੀ ਤੇ ਜੋ ਨੀਚੇ ਵਾਲਾ ਕੁਐਸਚਨ ਹੈ, ਉਹ ਬਹੁਤ ਹੀ ਜ਼ਿਆਦਾ ਮਤਲਬ ਕਿ ਅਲੱਗ ਨਹੀਂ ਹੈ। ਦੋਨਾਂ ਦੇ ਜੋ ਆਨਸਰ ਹੈ ਉਹ ਲਗਭਗ ਸੇਮ ਹੀ ਹੈ। ਸਭ ਤੋਂ ਪਹਿਲਾਂ ਜਾਣ ਪਛਾਣ। ਭਾਰਤ ਦਾ ਵਿਸ਼ੇਸ਼ ਖਾਤਰ ਹੋਣ ਕਰਕੇ ਇਸ ਦੇ ਵੱਖ-ਵੱਖ ਤੱਤ ਇਸ ਦੀ ਖੇਤਰੀ ਭਿੰਨਤਾ ਨੂੰ ਪ੍ਰਭਾਵਿਤ ਕਰਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ। ਪਹਿਲਾ, ਵਿਸ਼ਾਲ ਖੇਤਰ। ਭਾਰਤ ਦੇ ਪੂਰਬ, ਪੱਛਮ ਵਿੱਚ ਅਤੇ ਉੱਤਰ-ਦੱਖਣ ਵੱਲ ਕਾਫੀ ਪ੍ਰਸਾਰ ਹੋਣ ਕਰਕੇ ਇੱਥੇ ਵੱਧ ਮਾਤਰਾ ਵਿੱਚ ਅਨੇਕਤਾਵਾਂ ਵੇਖਣ ਨੂੰ ਮਿਲਦੀਆਂ ਹਨ। ਇੰਨੇ ਵਿਸ਼ਾਲ ਦੇਸ਼ ਵਿੱਚ ਧਰਾਤਲੀ ਸਮਰੂਪ ਹੋਣਾ ਸੰਭਵ ਨਹੀਂ ਹੈ। ਅਸਲੀਅਤ ਇਹ ਹੈ ਕਿ ਇੱਥੋਂ ਦੇ ਵੱਖ-ਵੱਖ ਖੇਤਰ ਅਨੇਕ ਗੱਲਾਂ ਵਿੱਚ ਆਪਸ ਵਿੱਚ ਮੇਲ-ਜੋਲ ਨਹੀਂ ਖਾਂਦੇ। ਸੈਕਿੰਡ ਹੈ ਧਰਾਤਲ। ਧਰਾਤਲ ਖੇਤਰੀ ਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲਾ ਮਹੱਤਵਪੂਰਨ ਤੱਤ ਹੈ, ਕਿਉਂਕਿ ਭਾਰਤ ਦਾ ਧਰਾਤਲ ਇੱਕ ਸਮਾਨ ਨਹੀਂ ਹੈ। ਇੱਥੇ ਪਰਬਤ, ਪਠਾਰ ਤੇ ਮੈਦਾਨ ਪਾਏ ਜਾਂਦੇ ਹਨ। ਇਸ ਦੇਸ਼ ਵਿੱਚ ਤੰਗ ਘਾਟੀਆਂ ਵੀ ਹਨ ਅਤੇ ਵਿਸ਼ਾਲ ਮਾਰੂਥਲ ਵੀ ਹਨ। ਥਰਡ ਹੈ ਸਾਡੇ ਕੋਲ ਜਲਵਾਯੂ। ਭਾਰਤ ਵਿੱਚ ਸਮਾਨ ਰੂਪ ਵਿੱਚ ਵਰਖਾ ਨਹੀਂ ਹੁੰਦੀ। ਇਸ ਦੇਸ਼ ਵਿੱਚ ਅਜਿਹੇ ਸਥਾਨ ਹਨ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ਤੇ ਉਹ ਸਥਾਨਾਂ ਦਾ ਨਾਂ ਕੀ ਹੈ? ਚਿਰਾਪੂੰਜੀ ਤੇ ਮਾਨਸਰਮ। ਅਤੇ ਅਜਿਹੇ ਮਾਰੂਥਲੀ ਭਾਗ ਵੀ ਹਨ ਜਿੱਥੇ ਨਾਮਾਤਰ ਦੀ ਵਰਖਾ ਹੁੰਦੀ ਹੈ, ਜਿਵੇਂ ਕਿ ਥਾਰ ਮਾਰੂਥਲ।
ਉੱਤਰ ਵਿੱਚ ਸ਼ੀਤ ਉਸ਼ਣ ਕਿਸਮ ਅਤੇ ਪ੍ਰਾਇਦੀਪੀ ਪਠਾਰ ਵਿੱਚ ਗਰਮੀ ਤੇ ਤੱਟੀ ਕਿਸਮ ਦਾ ਜਲਵਾਯੂ ਪਾਇਆ ਜਾਂਦਾ ਹੈ। ਹਾਂਜੀ, ਸਾਡੇ ਕੋਲ 4th ਹੈ ਪ੍ਰਵਾਸ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਵੱਖ-ਵੱਖ ਕਬੀਲੇ ਅਤੇ ਜਾਤੀਆਂ ਦੂਰ-ਦੂਰ ਦੇ ਦੇਸ਼ਾਂ ਤੋਂ ਆ ਕੇ ਵਸਦੀਆਂ ਰਹੀਆਂ ਹਨ। ਉੱਤਰ ਪੂਰਬ ਵਿੱਚ ਮੰਗੋਲ ਜਾਤੀ, ਉੱਤਰ ਪੱਛਮ ਵਿੱਚ ਆਰੀਆ ਤੇ ਮੁਸਲਮਾਨ ਦੀਆਂ ਜਾਤੀਆਂ, ਦੱਖਣੀ ਭਾਰਤ ਵਿੱਚ ਦਰਾਵਿੜ ਜਾਤੀ ਦੇ ਲੋਕ ਆ ਕੇ ਵਸ ਗਏ। ਸੱਭਿਆਚਾਰ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ-ਵੱਖ ਜਾਤੀਆਂ ਦੇ ਨਿਵਾਸ ਦੇ ਫਲਸਰੂਪ ਉੱਥੋਂ ਦੇ ਲੋਕਾਂ ਦੀ ਭਾਸ਼ਾ, ਰਹਿਣ-ਸਹਿਣ, ਖਾਣਾ-ਪੀਣ, ਲੋਕ-ਗੀਤ, ਲੋਕ-ਨਾਚ, ਮੇਲੇ, ਤਿਉਹਾਰ, ਰੀਤੀ-ਰਿਵਾਜ ਸਾਰਾ ਕੁਝ ਵੱਖ-ਵੱਖ ਹਨ। ਹਾਂਜੀ, ਸਿੱਟਾ ਕੀ ਨਿਕਲਦਾ ਹੈ? ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਇੱਕ ਵਿਸ਼ਾਲ ਦੇਸ਼ ਹੋਣ ਕਰਕੇ ਧਰਾਤਲ, ਜਲਵਾਯੂ, ਪ੍ਰਵਾਸ ਆਦਿ ਤੱਤ ਇਸ ਨੂੰ ਭਿੰਨ ਕਰਦੇ ਹਨ ਜਾਂ ਫਿਰ ਇਸ ਨੂੰ ਪ੍ਰਭਾਵਿਤ ਕਰਦੇ ਹਨ। ਹਾਂਜੀ, ਇਹ ਕੁਐਸਚਨ ਵੀ ਅਸੀਂ ਪੜ੍ਹਿਆ ਸੀ, ਪਰ ਛੋਟੇ ਕੁਐਸਚਨਾਂ ਦੇ ਵਿੱਚ ਪੜ੍ਹਿਆ ਸੀ ਕਿ ਭਾਰਤ ਦੀ ਅਨੇਕਤਾ ਵਿੱਚ ਏਕਤਾ ਬਣਾਏ ਰੱਖਣ ਲਈ ਕਿਹੜੇ-ਕਿਹੜੇ ਤੱਤ ਜ਼ਿੰਮੇਵਾਰ ਹਨ। ਜਾਣ ਪਛਾਣ। ਭਾਰਤ ਵਿੱਚ ਕੁਦਰਤੀ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤੱਤਾਂ ਵਿੱਚ ਭਿੰਨਤਾਵਾਂ ਮਿਲਦੀਆਂ ਹਨ। ਇਹਨਾਂ ਭਿੰਨਤਾਵਾਂ ਦੇ ਬਾਵਜੂਦ ਭਾਰਤ ਸਮਾਜ ਵਿੱਚ ਇੱਕ ਵਿਲੱਖਣ ਏਕਤਾ ਮਿਲਦੀ ਹੈ, ਜਿਨ੍ਹਾਂ ਨੂੰ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਮਾਨਸੂਨੀ ਰੁੱਤ। ਮਾਨਸੂਨੀ ਪੌਣਾ ਵਧੇਰੇ ਵਰਖਾ ਗਰਮੀ ਦੀ ਰੁੱਤ ਵਿੱਚ ਕਰਦੀਆਂ ਹਨ। ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਆਰਥਿਕ ਹਾਲਤ ਵੀ। ਮਾਨਸੂਨੀ ਪੌਣਾ ਪਹਾੜੀ ਪ੍ਰਦੇਸ਼ਾਂ ਵਿੱਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ ਤੇ ਨਾਲ ਹੀ ਪੇਂਡੂ ਜਨਸੰਖਿਆ ਲਈ ਰੋਟੀ ਰੋਜ਼ੀ ਮੁਹੱਈਆ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਦੂਸਰਾ ਹੈ ਧਾਰਮਿਕ ਸੰਸਕ੍ਰਿਤੀ। ਜਿੱਥੇ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ ਹੈ, ਉੱਥੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਲੱਗ-ਅਲੱਗ ਖੇਤਰਾਂ ਦੇ ਸੂਫੀ ਸੰਤਾਂ ਅਤੇ ਭਗਤਾਂ ਦੀ ਬਾਣੀ ਦਰਜ ਹੋਣ ਕਰਕੇ ਅਧਿਆਤਮਿਕ ਸੋਚ ਇੱਕ ਧਾਰਾ ਵਿੱਚ ਬੰਨ੍ਹੇ ਜਾਣ ਦੀ ਮਿਸਾਲ ਮਿਲਦੀ ਹੈ। ਹਾਂਜੀ, ਸਾਡੇ ਕੋਲ 3rd ਹੈ ਭਾਸ਼ਾ ਅਤੇ ਲੋਕ ਕਲਾ। ਲਗਭਗ ਸਾਰੇ ਉੱਤਰੀ ਭਾਰਤ ਵਿੱਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਦੇ ਵਿੱਚ ਫੈਲਿਆ ਹੋਇਆ ਹੈ। ਹਾਂਜੀ, ਜੋ ਉੱਤਰ ਭਾਰਤ ਹੈ ਉਹਦੇ ਵਿੱਚ ਵੇਦਾਂ ਦਾ ਪ੍ਰਚਾਰ ਕਿਸ ਭਾਸ਼ਾ ਵਿੱਚ ਫੈਲਿਆ ਹੋਇਆ ਹੈ? ਸੰਸਕ੍ਰਿਤ ਭਾਸ਼ਾ ਵਿੱਚ। ਇੱਥੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿੱਚ ਉਰਦੂ ਦਾ ਜਨਮ ਹੋਇਆ। ਹਾਂਜੀ, ਉਸ ਤੋਂ ਬਾਅਦ ਜੋ ਸੰਸਕ੍ਰਿਤ ਅਤੇ ਫਾਰਸੀ ਮਿਲਾ ਕੇ ਕਿਸ ਦਾ ਜਨਮ ਹੋਇਆ? ਉਰਦੂ ਦਾ। ਅੱਜ ਅੰਗਰੇਜ਼ੀ ਭਾਸ਼ਾ ਸੰਪਰਕ ਭਾਸ਼ਾ ਹੈ ਅਤੇ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਇਹਨਾਂ ਸਭਨਾਂ ਨੇ ਮਿਲ ਕੇ ਇੱਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ। ਇਸ ਤਰ੍ਹਾਂ ਲੋਕ ਗੀਤਾਂ ਨੇ, ਲੋਕ ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਹਾਂਜੀ, ਸਾਡੇ ਕੋਲ ਨੈਕਸਟ ਹੈ ਆਵਾਜਾਈ ਅਤੇ ਸੰਚਾਰ ਦੇ ਸਾਧਨ। ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੂਰਦਰਸ਼ਨ, ਅਖਬਾਰ ਤੇ ਮੈਗਜ਼ੀਨ ਵਰਗੇ ਸੰਚਾਰ ਦੇ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ ਦੇ ਕੇ ਰਾਸ਼ਟਰੀ ਧਾਰਾ ਵਜੋਂ ਜੋੜਿਆ ਹੈ। ਹਾਂਜੀ, ਸਥਾਨ ਬਦਲੀ। ਪਿੰਡਾਂ ਤੋਂ ਸ਼ਹਿਰਾਂ ਵਿੱਚ ਜਾ ਕੇ ਵਸਣ ਨਾਲ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸਮੂਹਾਂ ਦੇ ਇੱਕ ਸਥਾਨ 'ਤੇ ਇਕੱਠੇ ਰਹਿਣ-ਬਹਿਣ ਨਾਲ ਵੀ ਭਾਈਚਾਰਕ ਸਾਂਝ ਵਿੱਚ ਵਾਧਾ ਕੀਤਾ ਜਾਂਦਾ ਹੈ। ਹਾਂਜੀ, ਜੋ ਵੱਖ-ਵੱਖ ਧਰਮਾਂ, ਜਾਤਾਂ ਦੇ ਲੋਕ ਵੱਖ-ਵੱਖ ਸ਼ਹਿਰਾਂ, ਪਿੰਡਾਂ ਤੋਂ ਆ ਕੇ ਰਹਿੰਦੇ ਆ, ਇੱਕ ਥਾਂ 'ਚ ਇਕੱਠੇ ਹੋ ਗਏ ਅਤੇ ਇਸ ਦੇ ਨਾਲ ਭਾਈਚਾਰਕ ਸਾਂਝ ਵੱਧਦੀ ਹੈ। ਅਤੇ ਸਿੱਟਾ ਕੀ ਨਿਕਲਦਾ ਹੈ? ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਅੰਦਰ ਅਨੇਕਤਾਵਾਂ ਹੁੰਦੇ ਹੋਏ ਵੀ ਏਕਤਾ ਮਿਲਦੀ ਹੈ। ਅਸੀਂ ਇੱਕ ਦੂਜੇ ਦੇ ਸਹਾਰੇ ਨਾਲ ਰਾਸ਼ਟਰ ਦੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਾਂ, ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਅੰਦਰ ਫੈਲੇ ਵੱਖੋ-ਵੱਖਰੇ ਸੱਭਿਆਚਾਰਾਂ ਦੇ ਸੁਮੇਲ ਦਾ ਮਿਸ਼ਰਿਤ ਰੂਪ ਦੇਖਣ ਨੂੰ ਮਿਲਦਾ ਹੈ। ਹਾਂਜੀ ਗਾਈਜ਼, ਇਸ ਨਾਲ ਜੋ ਸਾਡੇ ਕੋਲ 10th ਕਲਾਸ ਦਾ ਪਹਿਲਾ ਚੈਪਟਰ ਹੈ ਸੋਸ਼ਲ ਸਟੱਡੀਜ਼ ਦਾ, ਉਹ ਕੰਪਲੀਟ ਹੁੰਦਾ ਹੈ। Thank you for watching my video and please like and subscribe my channel. Okay, bye bye guys.